ਵੀ ਮੁੰਡਾ ਚੰਗਾ ਭਲਾ ਹੈ, ਮੁੰਡੇ ਨੂੰ ਦਵਾਈ ਕਾਹਦੀ ਦਵਾਉਣੀ ਆ। ਤੇ ਡਰਦੀ ਹੁੰਦੀ ਸੀ ਕਿਉਂਕਿ ਕੁੱਟਦਾ ਸੀ। ਚੁੱਪ ਕਰਕੇ ਭੁੱਖੀ ਭਾਣੀ ਨੇ ਮੁੰਡਾ ਗੋਦੀ ਲਾ ਲਿਆ, ਚੱਕ ਲਿਆ, ਲੈ ਕੇ ਬਸ ਚੜ ਗਈ। ਸਾਧਨ ਕੋਈ ਨਹੀਂ ਸੀ ਕਰਦਾ, ਘਰੇ ਸਾਈਕਲ ਸੀਗਾ ਸਿਰਫ। ਜਦੋਂ ਮੁੰਡੇ ਨੂੰ ਚੱਕ ਕੇ ਗੋਦੀ ਬਸ ਚੜ ਗਈ, ਧਨੌਲੇ ਜਾ ਕੇ ਖੜ ਗਏ ਸੰਗਰੂਰ ਰੋਡ ਤੇ। ਸੁਨਾਮ ਨੂੰ ਜਾਣਾ ਸੀ, ਸੁਨਾਮ ਰੋਡ ਤੇ। ਮੈਂ ਫੇਰ ਉੱਥੇ ਡਰਦੀ ਡਰਦੀ ਨੇ ਪੁੱਛਿਆ ਕਿ ਹਸਪਤਾਲ ਤਾਂ ਇੱਧਰ ਰਹਿ ਗਿਆ, ਆਪਾਂ ਤਾਂ ਵੱਡੇ ਰੋਡ ਤੇ ਆ ਖੜੇ, ਇੱਥੋਂ ਤਾਂ ਆਪਾਂ ਲੇਲ ਕਲਾਂ ਨੂੰ ਜਾਂਦੇ ਹੁੰਦੇ ਆ, ਸੁਨਾਮ ਨੂੰ। ਮੈਨੂੰ ਉੱਥੇ ਵੀ ਭਰੇ ਬਾਜ਼ਾਰ 'ਚ ਇਹੀ ਗੱਲ ਬੋਲਿਆ ਕਿ ਚੁੱਪ ਕਰਕੇ ਬਹਿ ਜਾ, ਨਹੀਂ ਮਾਰ ਕੇ ਮੁੱਕੀ ਜੜ੍ਹਾਂ ਕੱਢ ਦੂੰ। ਮੈਂ ਫੇਰ ਡਰਦੀ ਚੁੱਪ ਕਰ ਗਈ। ਉਮਰ ਨਿਆਣੀ ਸੀ, ਇੰਨਾ ਬੋਲ ਨਹੀਂ ਸੀ ਸਕਦੀ। ਬਸ ਉਸੇ ਗੱਲ ਨੇ ਮਾਰਿਆ ਕਿ ਲੋਕ ਕੀ ਕਹਿਣਗੇ। ਚਲੋ ਸਮਾਂ ਬੀਤ ਗਿਆ ਤੇ ਬੱਸ ਆਈ, ਚੜ ਗਏ, ਲੈ ਚੱਲਿਆ। ਜਾ ਕੇ ਮੇਰੇ ਪੇਕੀ ਜਦੋਂ ਗਏ, ਮੂਹਰੇ ਕੱਲਾ ਮੇਰਾ ਪਿਓ ਘਰੇ, ਸਾਰਾ ਪਰਿਵਾਰ ਸਾਡਾ ਲਾਂਭ ਗਿਆ। ਲਾਂਭ ਗਿਆ ਹੋਇਆ ਕਿਤੇ ਦਰਸ਼ਨ ਕਰਨ ਗਏ ਹੋਏ ਸੀ, ਮੇਰੀ ਮਾਂ ਤੇ ਬੱਚੇ, ਮੇਰੇ ਭੈਣ ਭਾਈ ਛੋਟੇ ਤਿੰਨੇ ਤੇ ਮੇਰੀ ਮਾਂ। ਉਹ ਕਿਤੇ ਦਰਸ਼ਨ ਮੇਲਿਆਂ ਨੂੰ ਗਏ ਹੋਏ ਸੀ, ਸ਼ਾਇਦ ਮੇਰੇ ਯਾਦ ਨਹੀਂ, ਧਮਧਾਨ ਸਾਹਿਬ ਗਏ ਸੀ ਜਾਂ ਕਿਤੇ ਹੋਰ ਗਏ ਸੀ, ਥੋੜੀ ਗੱਲ ਮੈਂ ਭੁੱਲ ਗਈ, ਚਿਰ ਹੋ ਗਿਆ। ਗਏ ਹੋਏ ਸੀ ਤੇ ਜਦੋਂ ਪੁੱਛਿਆ ਕਿ ਬਾਪੂ ਮੇਰੀ ਮਾਂ, ਮੇਰੇ ਪਿਓ ਨੇ ਕਿਹਾ ਪੁੱਤ ਉਹ ਤਾਂ ਗਏ ਹੋਏ ਨੇ, ਤੂੰ ਚਾਹ ਬਣਾ ਲੈ, ਰੋਟੀ ਬਣਾ ਲੈ। ਮੈਂ ਘਰੋਂ ਵੀ ਭੁੱਖੀ ਗਈ ਤੇ ਮੈਂ ਉੱਥੇ ਜਾਣ ਸਾਰ ਚਾਹ ਬਣਾ ਲਈ, ਪਰੌਂਠੇ ਬਣਾ ਲਏ, ਆਪ ਪਰੌਂਠੇ ਛਕ ਲਏ। ਮੇਰੇ ਘਰ ਵਾਲੇ ਨੇ ਪਰੌਂਠੇ ਛਕ ਕੇ ਤੇ ਮੇਰੀ ਗੋਦੀ 'ਚ ਮੈਂ ਮੁੰਡਾ ਚੱਕ ਲਿਆ ਕਿ ਚਿਰ ਦਾ ਚੰਗਾਇਆ ਹੋਇਆ ਨਿਆਣਾ ਸੀਗਾ, ਕੁਛ ਮਹੀਨਿਆਂ ਦਾ ਸੀ, ਸ਼ਾਇਦ 3 ਕੁ ਮਹੀਨਿਆਂ ਦਾ ਹੋਵੇ। ਜਦੋਂ ਮੈਂ ਨਾ ਦੁੱਧ ਬੱਚੇ ਨੂੰ ਚੰਗਾ ਰਹੀ ਹਾਂ ਤੇ ਨਾਲੇ ਮੈਂ ਰੋਟੀ ਚੱਕ ਲਈ ਕਿ ਮੈਂ ਖਾਵਾਂ, ਜਦੋਂ ਨੂੰ ਮੈਨੂੰ ਵਿੜਕ ਆਈ ਕਿ ਮੈਂ ਪੁੱਛਿਆ ਆਪਦੇ ਪਿਓ ਨੰਬਰ 12 ਕਿ ਬਾਪੂ ਗੁਰਿੰਦਰ ਦਾ ਡੈਡੀ, ਕਹਿੰਦੇ ਭਾਈ ਇੱਥੇ ਗਿਆ ਹੋਊ, ਪਿਸ਼ਾਬ ਕਰਨ ਗਿਆ ਹੋਊ, ਇੱਧਰ ਵਗ ਗਿਆ, ਉਰੇ ਭਰੇ ਗਿਆ ਹੋਊਗਾ, ਕੋਈ ਗੱਲ ਨਹੀਂ, ਆਜੂ ਤੂੰ ਰੋਟੀ ਖਾ ਲਿਆ, ਮੈਨੂੰ ਫੜਾ ਦੇ ਮੁੰਡਾ। ਮੈਂ ਕਿਹਾ ਨਹੀਂ ਬਾਪੂ ਇਹ ਭੁੱਖਾ ਹੈਗਾ, ਇਹਨੂੰ ਰਸਤੇ 'ਚ ਵੀ ਦੁੱਧ ਨਹੀਂ ਪਿਆ ਹੈਗਾ ਤੇ ਮੈਂ ਇਹਨੂੰ ਦੁੱਧ ਪਿਆ ਦਿਆਂ। ਕਹਿੰਦਾ ਕੋਈ ਨਾ ਤੂੰ ਬਾਅਦ 'ਚ ਪਿਆ ਦੀ ਭਾਈ ਦੁੱਧ, ਤੇ ਤੂੰ ਰੋਟੀ ਤਾਂ ਖਾ ਲਾ। ਮੈਂ ਕਿਹਾ ਨਹੀਂ ਬਾਪੂ ਮੈਨੂੰ ਭੁੱਖ ਨਹੀਂ, ਮੈਂ ਰੋਟੀ ਉੱਥੇ ਹੀ ਰੱਖਤੀ ਜਿੱਥੋਂ ਮੇਰੇ ਦਿਨ ਮਾੜੇ ਸ਼ੁਰੂ ਹੋਏ। ਮੈਂ ਰੋਟੀ ਰੱਖਤੀ, ਇੱਕ ਬੁਰਕੀ ਤੋੜੀ ਸੀ, ਮੂੰਹ 'ਚ ਪਾਈ ਸੀ, ਉਹ ਮੈਂ ਨੰਗਾ ਲਈ, ਪਾਣੀ ਦਾ ਗਲਾਸ ਪੀ ਲਿਆ ਉੱਤੋਂ ਦੀ ਤੇ ਛੱਡ ਕੇ ਰੋਟੀਆਂ। ਪਿਓ ਦੀ ਨਹੀਂ ਸੁਣੀ, ਪਿਓ ਕਣੀ ਨਹੀਂ ਝਾਕੀ, ਉਹਨੇ ਬਥੇਰਾ ਕਿਹਾ ਤੇ ਤੂੰ ਬਹਿ ਜਾ, ਮੈਂ ਦੇਖਦਾ ਕਿੱਥੇ ਐ। ਤੇ ਜਦੋਂ ਨੂੰ ਮੇਰਾ ਪਿਓ ਮੇਰੇ ਮਗਰ ਆਉਂਦਾ ਤੇ ਮੈਂ ਪਿਓ ਦੀ ਗੱਲ ਨਹੀਂ ਸੁਣੀ। ਪਿਓ ਨੇ ਮੇਰੇ ਨੇ ਆਵਾਜ਼ ਮਾਰੀ ਮੈਨੂੰ, ਪੁੱਤ ਗੱਲ ਤਾਂ ਸੁਣ ਲੈ। ਮੈਂ ਇੱਕ ਗੱਲ ਕਹੇਗੀ ਆਪਦੇ ਬਾਪੂ ਨੂੰ ਜਾਂਦੀ ਹੋਈ ਕਿ ਬਾਪੂ ਮੇਰੇ ਨਾਲ ਲੜ ਕੇ ਆਇਆ, ਮੈਨੂੰ ਰਾਤ ਇਹਨੇ ਬੁਰਾ ਭਲਾ ਵੀ ਬੋਲਿਆ ਸੀ, ਕਿਤੇ ਗੁੱਸੇ 'ਚ ਕਿਤੇ ਬਾਗ ਨਾ ਜਾਵੇ, ਆਪਾਂ ਨੂੰ ਦਾਗ ਲੱਗ ਜੂ, ਕਹਿਣਗੇ ਪੇਕੀ ਲੈ ਕੇ ਗਈ ਸੀ, ਖਬਰ ਕੀ ਕਰਾਤਾ ਸਾਡੇ ਪੁੱਤ ਨੂੰ, ਇਹਦੇ ਮਾਂ ਪਿਓ ਆਪਣੇ ਸਿਰ ਕੋਈ ਦਾਗ ਲਾ ਦੇਣਗੇ, ਦੋਸ਼ ਲਾ ਦੇਣਗੇ ਆਪਣੇ ਸਿਰ। ਸੋਚ ਕੇ ਗੱਲ ਅੱਡੇ ਤੇ ਆ ਗਈ, ਦੇਖਦੀ ਦੇਖਦੀ ਆਪਦੇ ਵਿਚੋਲਿਆਂ ਦੇ ਘਰੇ ਦੇਖਿਆ, ਉਹਨਾਂ ਨੇ ਦੱਸਿਆ ਕਿ ਹੁਣੀ ਗਿਆ। ਅਮਨਦੀਪ ਬੱਸ ਆਉਂਦੀ ਹੁੰਦੀ ਸਾਡੇ ਪਿੰਡ। ਮੈਂ ਪੁੱਛਿਆ ਮੋੜ ਕੇ ਆਪਦੇ ਵਿਚੋਲੇ ਨੂੰ ਕਿ ਤਾਇਆ ਬੱਸ ਅਮਨਦੀਪ ਲੰਘ ਕੇ ਆਉਣੀ? ਕਹਿੰਦਾ ਅਮਨਦੀਪ ਬੱਸ ਦਾ ਟਾਈਮ ਹੈ ਭਾਈ, ਆਉਣ ਵਾਲੀ ਹੈ। ਭੱਜ ਕੇ ਮੁੰਡਾ ਗੋਦੀ ਚੱਕਿਆ ਹੋਇਆ ਤੇ ਹੱਥ 'ਚ ਝੋਲਾ ਹੈ ਕੱਪੜਿਆਂ ਵਾਲਾ, ਮੁੰਡੇ ਦੇ ਪੋਤੜਿਆਂ ਵਾਲਾ, ਤੇ ਭੱਜ ਕੇ ਜਾ ਕੇ ਨੰਬਰ 13 ਭੱਜ ਕੇ ਜਾ ਕੇ ਅੱਡੇ ਤੇ ਰਲ ਲਈ। ਮੇਰੇ ਜਾਂਦੀ ਨੂੰ ਲੁਕਿਆ ਖੜਾ ਸਾਈਡ ਤੇ ਬੂਟੇ ਦੇ ਉੱਲੇ,
ਸਾਡੇ ਅੱਡੇ ਦੇ ਉੱਤੇ ਵਾਟਰ ਬਾਕਸ ਬਣਿਆ ਹੋਇਆ, ਇੱਕ ਬੂਟੇ ਦੇ ਓਲੇ ਖੜਾ। ਮੈਨੂੰ ਦੂਰੋਂ ਪਛਾਣ ਆ ਗਈ, ਪੈਰ ਦੇਖ ਲਏ, ਮੈਂ ਵੀ ਦੇਖ ਕੇ ਓਲੇ ਹੋ ਗਈ ਵੀ ਜਦੋਂ ਬਾਹਰੇ ਆਊਗਾ, ਕਿਉਂਕਿ ਮੇਰੇ ਪੇਕੇ ਸੀ, ਅੱਗੇ ਸ਼ਰਮ ਮੰਨਦੇ ਸੀ, ਆਪਦੇ ਘਰ ਵਾਲੇ ਨੂੰ ਕਿਸੇ ਦੇ ਸਾਹਮਣੇ ਬੁਲਾਉਂਦੀਆਂ ਨਹੀਂ ਸੀ। ਇੱਕ ਉਹਨਾਂ ਚੋਂ ਮੈਂ ਵੀ ਸੀ, ਮੈਂ ਵੀ ਇਸੇ ਤਰ੍ਹਾਂ ਦਾ ਸੁਭਾਅ ਸੀ। ਪਰ ਮੈਂ ਬੁਲਾਇਆ ਨਾ, ਮੈਂ ਦੂਰ ਖੜੀ ਰਹੀ। ਜਦੋਂ ਬੱਸ ਚੜ੍ਹਨ ਲੱਗੇ, ਉਹ ਮੂਹਰਲੀ ਟਾਕੀ ਚੜ੍ਹ ਗਏ, ਮੈਂ ਮਗਰਲੀ ਚੜ੍ਹ ਗਈ। ਮੈਨੂੰ ਦੇਖ ਕੇ ਬੱਸ 'ਚ ਚੜ੍ਹ ਗਈ, ਆਪ ਮੂਹਰਲੀ ਟਾਕੀ ਉਤਰ ਗਿਆ, ਮੈਂ ਮਗਰਲੀ ਫਿਰ ਉਤਰ ਗਈ। ਕੰਡਕਟਰ ਨੂੰ ਕਿਹਾ ਕਿ ਵੀਰਾ ਰੋਕੀ, ਵੀਰ ਬਣ ਕੇ। ਉਹਨੇ ਰੋਕ ਲਿਆ। ਜਦੋਂ ਮੈਂ ਉਤਰ ਗਈ, ਆਪ ਬੱਸ ਚੜ੍ਹ ਗਿਆ। ਮੈਂ ਫੇਰ ਕੰਡਕਟਰ ਨੂੰ ਕਿਹਾ, ਵੀਰ ਬਣ ਕੇ ਮੈਨੂੰ ਬੱਸ 'ਚ ਚੜਾ ਲੈ। ਉਸਨੇ ਮੇਰਾ ਝੋਲਾ ਫੜਿਆ, ਮੈਨੂੰ ਬੱਸ 'ਚ ਚੜਾ ਲਿਆ। ਬੱਸ 'ਚ ਚੜਾਇਆ ਤੇ ਕਹਿਣ ਲੱਗਿਆ, ਕੀ ਗੱਲ ਭੈਣੇ, ਕੀ ਹੋ ਗਿਆ? ਬੱਸ ਤੁਰ ਪਈ। ਸਾਡੇ ਪਿੰਡ ਦੇ 2 ਅੱਡੇ ਨੇ, ਇੱਕ ਵਾਟਰ ਬਾਕਸ ਵਾਲਾ, ਇੱਕ ਸਕੂਲ ਵਾਲਾ। ਸਿਰਫ ਉਹ ਕਿਲੋਮੀਟਰ ਦਾ ਰਸਤਾ ਹੈਗਾ ਸੰਨ। ਮੈਂ ਕਿਹਾ, ਵੀਰਾ ਘਰੋਂ ਰੁੱਸ ਕੇ ਆਇਆ, ਮੇਰੇ ਨਾਲ ਲੜਿਆ। ਕਹਿੰਦਾ ਤੇਰੇ ਨਾਲ ਲੜਿਆ ਕਿ ਕਿਸੇ ਨਾਲ ਹੋਰ ਲੜਿਆ? ਮੈਂ ਕਿਹਾ ਵੀਰਾ ਮੇਰੇ ਨਾਲ ਹੀ ਲੜਿਆ। ਜੇ ਇਹ ਕੱਲਾ ਵਗ ਗਿਆ, ਇਹਨੇ ਕੁਛ ਕਰ ਲਿਆ, ਮੈਂ ਸਾਰੀ ਉਮਰ ਰੋਈ ਆ, ਕੀ ਫਾਇਦਾ ਨਿਕਲੂ। ਮੈਂ ਕੇਰਾਂ ਇਹਦੇ ਨਾਲ ਹੀ ਜਾਣਾ ਚਾਹੁੰਦੀ ਹਾਂ। ਮੈਨੂੰ ਕਹਿੰਦਾ ਜਦੋਂ ਤੈਨੂੰ ਲਿਜਾਂਦਾ ਨਹੀਂ, ਤੂੰ ਕਿਉਂ ਜਾਨੀ ਆ? ਤੂੰ ਛੱਡ ਖੜਾ। ਅੱਜ ਵੀ ਮੇਰੇ ਉਹ ਗੱਲ ਡੰਗ ਮਾਰਦੀ ਹੈ। ਉਹ ਗੱਲ ਅੱਜ ਵੀ ਮੈਨੂੰ ਇਹ ਕਹਿੰਦੀ ਹੈ ਕਿ ਮਨਾ ਉਹ ਕਨੈਕਟਰ ਦੀ ਕੋਈ ਮੰਨ ਲੈਂਦੀ। ਨੰਬਰ 14, ਕਿ ਮਨਾ ਉਹ ਕਨੈਕਟਰ ਦੀ ਗੱਲ ਮੰਨ ਲੈਂਦੀ, ਜੇ ਚੰਗੀ ਰਹਿੰਦੀ, ਵਧੀਆ ਰਹਿੰਦੀ, ਛੱਡ ਕੇ ਵਗ ਜਾਂਦੀ। ਪਰ ਮੈਂ ਮੰਨੀ ਨਾ, ਕਿਉਂਕਿ ਉਸ ਟਾਈਮ ਪਹਿਲਾਂ ਆਪ ਮਿੱਠਾ ਬੋਲਦਾ ਸੀ, ਫਿਰ ਬੱਚੇ ਨੇ ਜਨਮ ਲੈ ਲਿਆ, ਫਿਰ ਬੱਚੇ 'ਚ ਮੋਹ ਪੈ ਗਿਆ। ਫਿਰ ਐਂ ਹੋ ਗਿਆ ਕਿ ਜੇ ਮੈਂ ਇਹਨੂੰ ਛੱਡ ਕੇ ਬਾਗੀ, ਨਾਲੇ ਤਾਂ ਇਹ ਰੁਲੂ, ਇਹਨੂੰ ਹੋਰ ਸਾਖ ਨਹੀਂ ਹੋਣਾ, ਕਿਉਂਕਿ ਪਤਾ ਸੀ ਜ਼ਮੀਨ ਹੈ ਨਹੀਂ ਸੀ। 5 ਕਨਾਲਾਂ ਜ਼ਮੀਨ ਦੀਆਂ ਵੰਡੀਆਂ ਦਿੱਤੀਆਂ ਸੀ, 5 ਕਨਾਲਾਂ ਤੇ ਕੌਣ ਸਾਖ ਕਰਦਾ? ਪਰ ਉੱਥੇ ਇਹ ਗੱਲ ਸੋਚ ਲਈ ਕਿ ਨਾਲੇ ਤਾਂ ਇਹ ਰੁਲੂਗਾ, ਨਾਲੇ ਇਹਦਾ ਮੈਨੂੰ ਸਰਾਪ ਲਊ, ਨਾਲੇ ਮੇਰੇ ਬੱਚੇ ਨੂੰ ਪਿਓ ਨਹੀਂ ਮਿਲਣਾ। ਮੇਰਾ ਬੱਚਾ ਵੱਡਾ ਹੋ ਕੇ ਇਹ ਕਿਹਾ ਕਰੂ ਕਿ ਮਾਂ ਮੇਰਾ ਪਿਓ ਕਿੱਥੇ ਆ? ਕਿਉਂਕਿ ਜਦੋਂ ਮੇਰਾ ਕਿਤੇ ਹੋਰ ਰਿਸ਼ਤਾ ਕਰਨਗੇ, ਤਾਂ ਕਿਸੇ ਨਾ ਕਿਸੇ ਦਿਨ ਬੱਚੇ ਨੂੰ ਪਤਾ ਲੱਗ ਹੀ ਜਾਣਾ ਹੈ ਕਿ ਮੇਰੀ ਮਾਂ ਦਾ ਦੂਜਾ ਵਿਆਹ। ਸ਼ਰਮੋ ਸ਼ਰਮੀ ਕਿ ਲੋਕ ਕੀ ਕਹਿਣਗੇ, ਤਬਾਹੀ ਕੀਤੀ ਮੈਂ ਆਪਦੀ ਜ਼ਿੰਦਗੀ, ਇਹ ਗੱਲ ਸੋਚ। ਪਰ ਉੱਥੇ ਸੋਚ ਕੇ ਗੱਲ ਫੇਰ ਸਬਰ ਦਾ ਘੁੱਟ ਭਰ ਕੇ ਬਹਿ ਗਈ, ਕਿਉਂਕਿ ਬੱਚੇ 'ਚ ਮੋਹ ਪੈ ਗਿਆ। ਬੱਚਾ ਮੇਰਾ ਬਹੁਤ ਪਿਆਰਾ ਹੈ, ਪਰ ਮੈਂ ਅੱਜ ਵੀ ਆਪਦੇ ਬੱਚੇ ਦੇ ਲਈ, ਉਹ ਤਾਂ ਹਰੇਕ ਮਾਂ ਆਪਦੇ ਬੱਚੇ ਤੋਂ ਜਾਨ ਵਾਰਦੀ ਹੈ, ਪਰ ਮੈਂ ਅੱਜ ਵੀ ਆਪਦੇ ਬੱਚੇ ਤੇ ਜਾਨ ਵਾਰਦੀ ਰਹੂੰ। ਜਿੰਨਾ ਚਿਰ ਮੇਰੇ 'ਚ ਦਮ ਹੈ, ਮੈਂ ਤੱਤੀ ਬਾਹ ਨਹੀਂ ਲੱਗਣੀ। ਕੋਈ ਵੀ ਮਾਂ ਨਹੀਂ ਤੱਤੀ ਬਾਹ ਲੱਗਣ ਦੀ ਆਪਦੇ ਬੱਚੇ ਨੂੰ। ਪਰ ਜਿਹੜੇ ਸੰਘਰਸ਼ ਮੈਂ ਲੜ ਕੇ ਆਪਦਾ ਪੁੱਤ ਪਾਲਿਆ, ਇਹੋ ਜਿਹੇ ਸੰਘਰਸ਼ ਕਿਸੇ ਮਾਂ ਨੇ ਜੇ ਲੜੇ ਹੋਣਗੇ ਤਾਂ ਧੰਨਵਾਦ ਹੈ। ਪਰ ਮੈਂ ਆਪਦੇ ਆਪ ਨੂੰ ਖੁਸ਼ ਨਸੀਬ ਸਮਝਦੀ ਹਾਂ ਕਿ ਮੇਰਾ ਪੁੱਤ ਹੈ ਜਿਹੜਾ, ਚਾਹ ਦੀ ਘੁੱਟ ਦਾ ਵੀ ਬੈਲ ਨਹੀਂ। ਅੱਜ ਉਹ ਬਹੁਤੀ ਸਿਆਣਾ ਤੇ ਬਹੁਤੀ ਵਧੀਆ ਸੁਭਾਅ ਹੈ, ਪਰ ਕਦੇ ਨਾ ਕਦੇ ਥੋੜਾ ਮਨ ਉਛਲ ਜਾਂਦਾ ਹੈ ਭਰਾਵੋ। ਨੰਬਰ 16, ਜੀ ਕਹੇ ਮਨ ਕਹੇ ਕਿ ਮਨਾ ਰੋ ਰੋ ਕੇ ਭਰਾ ਦਾ ਗਲਮਾ ਭਿਓ ਦੇ। ਇੰਨਾ ਰੋ ਜਿਹੜਾ ਤੇਰਾ ਦਿਮਾਗ ਅੰਦਰੋਂ ਕ੍ਰੋਧ ਨਾਲ ਭਰਿਆ ਹੋਇਆ ਸਾਰਾ ਕੱਢ। ਫਿਰ ਸੋਚਿਆ ਕਿ ਭਰਾ ਨੂੰ ਜੇ ਪਤਾ ਲੱਗ ਗਿਆ, ਜੇ ਮੇਰੀ ਅੱਖਾਂ ਤੋਂ ਇੰਝ ਆ ਗਿਆ, ਭਰਾ ਨੂੰ ਜੇ ਪਤਾ ਲੱਗ ਗਿਆ, ਕਿਤੇ ਮੇਰੇ ਘਰ ਵਾਲੇ ਨੂੰ ਗਾਲ ਨਾ ਕੱਢ। ਮੇਰੀ ਇਸ ਗੱਲ 'ਚ ਮੈਂ ਬਹੁਤ ਹੀ ਮੂਰਖ ਲਾ ਲਓ, ਚਾਹੇ ਕੁਛ ਲਾ ਲਓ, ਇੱਜ਼ਤ ਰੱਖਦੀ ਹੋਈ
ਫੇਰ ਵੀ ਇਹ ਸੋਚਿਆ ਕਿ ਇਹਨੂੰ ਗਾਲ ਨਾ ਕੱਢ, ਇਹ ਸੋਚੂਗਾ ਕਿ ਆਪਦੇ ਭਰਾਵਾਂ ਤੋਂ ਮੈਨੂੰ ਗਾਲਾਂ ਕਢਾਈ। ਮੈਨੂੰ ਜਦੋਂ ਪੁੱਛਿਆ ਕੀ ਗੱਲ ਕਿਰਨ, ਇੱਥੇ ਖੜਿਆ, ਬੱਸ ਟੱਪ ਗਈ? ਨਹੀਂ ਵੀਰਾ, ਬੱਸ ਨਹੀਂ ਟੱਪੀ, ਮੇਰੀ ਮਾਸੀ ਰਹਿੰਦੀ ਆ ਲਹਿਰੇ। ਸਾਡੀ ਮਾਸੀ ਜਿਹੜੀ ਕਿ ਮੇਰੇ ਭਰਾ ਦੀ ਵੀ ਉਹਦੀ ਮਾਸੀ ਸੀ, ਮੇਰੀ ਮਾਂ ਉਹਦੀ 5 ਭੈਣਾਂ। ਮੈਂ ਕਿਹਾ ਨਹੀਂ ਭਰਾਵਾ, ਬੱਸ ਨਹੀਂ ਲੰਘੀ ਹੈਗੀ, ਅਸੀਂ ਤਾਂ ਮਾਸੀ ਕੋਲੇ ਰਹਿਣਾ। ਤੂੰ ਵੀ ਰਹਿਣਾ ਕਿ ਨਹੀਂ? ਕਹਿੰਦਾ ਮੈਂ ਤਾਂ ਇੱਥੇ ਕੰਮ ਆਇਆ ਕਿਸੇ ਦੇ ਨਾਲ ਟਰੈਕਟ ਤੇ ਟਰੈਕਟ ਖਲਾਇਆ ਹੋਇਆ, ਮੈਂ ਟਰੈਕਟ ਲੈ ਕੇ ਜਾਣਾ, ਜੇ ਪਿੰਡ ਨੂੰ ਜਾਣਾ ਤਾਂ ਮੈਂ ਗੱਡੀ ਕਰਾ ਕੇ ਦੇ ਦਿੰਦਾ, ਤੁਸੀਂ ਪਿੰਡ ਜਾਓ। ਮੈਂ ਕਿਹਾ ਨਹੀਂ, ਅਸੀਂ ਪਿੰਡ ਨਹੀਂ ਜਾਣਾ, ਅਸੀਂ ਅੱਜ ਮਾਸੀ ਕੋਲੇ ਰਹਿਣਾ। ਬੜੀ ਉੱਤੋਂ ਖੁਸ਼ ਹੋ ਕੇ ਦਿਖਾਇਆ ਕਿ ਨਹੀਂ, ਅੱਜ ਅਸੀਂ ਤਾਂ ਮਾਸੀ ਕੋਲੇ ਰਹਾਂਗੇ, ਮਾਸੀ ਨੂੰ ਮਿਲਣਾ ਹੈ। ਪਹਿਲਾਂ ਹੀ ਭਰਾ ਦੇ ਨੇੜੇ ਆਉਣ ਤੋਂ ਪਹਿਲਾਂ ਹੀ ਕਹਿਤਾ ਆਪਦੇ ਘਰ ਵਾਲੇ ਨੂੰ ਮੈਂ ਕਿ ਕਹਿਦੀ ਵੀ ਮਾਸੀ ਕੋਲੇ ਆਏ। ਤੇ ਪੜ੍ਹਦੇ ਬਹੁਤ ਰੱਖਦੀ ਸੀ, ਪਰ ਉਹ ਮੈਨੂੰ ਹੀ ਧੋਖਾ ਦੇ ਗਏ, ਮੇਰੇ ਪੜ੍ਹਦੇ ਰੱਖੇ। ਸ਼ਾਇਦ ਮੇਰੀ ਜ਼ਿੰਦਗੀ ਬਰਬਾਦ ਨਾ ਹੁੰਦੀ ਜੇ ਖੁੱਲ ਕੇ ਸਾਰੀਆਂ ਗੱਲਾਂ ਦੱਸ ਦਿੰਦੀ ਮਾਪਿਆਂ ਨੂੰ ਤੇ ਭਰਾਵਾਂ। ਉੱਥੇ ਭਰਾਵੋ ਗੱਲ ਕੀ ਹੋਈ, ਮਾਸੀ ਕੋਲੇ ਗਈ ਮੈਂ ਹਨੇਰੇ ਹੋਏ। ਜਦੋਂ ਮਾਸੀ ਨੇ ਦੇਖਿਆ ਮੈਨੂੰ, ਆਖੇ ਕੁੜੇ ਤੂੰ? ਮੈਂ ਕਿਹਾ ਹਾਂ ਮਾਸੀ। ਕੁੜੇ ਇੰਨੇ ਹਨੇਰੇ? ਮੈਂ ਕਿਹਾ ਹਾਂ। ਕੀ ਗੱਲ ਪਿੰਡ ਗਏ ਸੀ? ਮੈਂ ਕਿਹਾ ਨਹੀਂ, ਪਿੰਡ ਨਹੀਂ ਗਏ, ਅਸੀਂ ਤਾਂ ਤੇਰੇ ਕੋਲ ਹੀ ਆਏ ਸੀ। ਕਹਿੰਦੀ ਅੱਛਾ, ਸੁੱਖ ਹੈ, ਇੰਨਾ ਹਨੇਰਾ ਕਰ ਲਿਆ, ਸਦੇਹਾਂ ਤੁਰ ਪਿਆ ਕਰੋ, ਨਾਲ ਬੱਚਾ ਨਿਆਣਾ ਪਾਲਾ ਤੇ ਆਊਂ ਗਾਊਂ ਕਰਤਾ ਤੇ ਆਲ ਮਟੋਲਿਆਂ ਚ ਟਾਲਤਾ। ਟਾਲੀਆਂ ਹੋਈਆਂ ਗੱਲਾਂ ਕੁਛ ਸਮੇਂ ਬਾਅਦ 18 ਘਰ ਦਾ ਖਰਚਾ ਵੀ ਉੱਥੇ ਗੁਰਦੁਆਰੇ ਤੋਂ ਚੱਲਦਾ ਸੀ, ਲੰਗਰ ਪ੍ਰਸ਼ਾਦਾ ਬੰਦ ਹੋ ਗਿਆ, 4 ਰੁਪਏ ਹੋਰ ਵੀ ਜੁੜਨ ਲੱਗ ਗਏ। ਉੱਥੋਂ ਫਿਰ ਜ਼ਿਆਦਾ ਕੰਮ ਵਿਗੜਦਾ ਗਿਆ, ਕਿਉਂ ਮੈਂ ਗੁਰਦੁਆਰੇ ਨੂੰ ਨਹੀਂ ਨਿੰਦਦੀ, ਮੈਂ ਨਿੰਦਦੀ ਹਾਂ ਨੀਤੀ ਨੂੰ। ਜਦੋਂ ਬੰਦਾ ਗਰੀਬ ਹੁੰਦਾ ਉਦੋਂ ਤਾਂ ਨਰਮ ਰਹਿੰਦਾ, ਜਦੋਂ 4 ਰੁਪਏ ਕਿਸੇ ਦੇ ਕੋਲੇ ਹੋ ਜਾਣ, ਕੋਈ ਵੀ ਆ, ਉਹ ਬੰਦਾ ਥੋੜਾ ਔਖਾ ਸਾਹਣ ਲੱਗ ਜਾਂਦਾ। ਉਹੀ ਕੁਛ ਸਾਡੇ ਨਾਲ ਬੀਤਿਆ। ਪਰ ਜਦੋਂ ਤਾਂ ਕੁਛ ਨਹੀਂ ਸੀ, ਉਹ ਤਾਂ ਘਿਓ ਡੋਲਿਆਂ ਤੋਂ ਵੀ ਤੁਹਾਨੂੰ ਦੱਸਿਆ ਕਿ ਮਾਫੀ ਸੀਗੀ। ਪਰ ਜਦੋਂ ਬੰਦੇ ਨੂੰ ਇਹ ਹੋ ਗਿਆ ਮੇਰੇ ਕੋਲੇ ਸਭ ਕੁਛ ਹੈ, ਉਦੋਂ ਮੈਨੂੰ ਗੱਲਾਂ ਸ਼ੁਰੂ ਕਰਤੀਆਂ ਕਹਿਣੀਆਂ ਕਿ ਮਤਲਬ ਕਿ ਪਹਿਲਾਂ ਤਾਂ ਮੈਨੂੰ ਕੁੱਟਿਆ ਮਾਰਿਆ ਕਰੇ, ਕਦੇ ਮੇਰਾ ਇੱਧਰਲਾ ਮੋਢਾ ਤੋੜਤਾ, ਕਦੇ ਇੱਧਰਲਾ ਮੋਢਾ ਤੋੜਤਾ, ਕਦੇ ਮੇਰੀ ਕੂਹਣੀ ਤੋੜਤੀ ਮਾਰ ਕੇ। ਪਰ ਮਾੜੀ ਜਿਹੀ ਗੱਲ ਪਿੱਛੇ ਪਾਣੀ ਡੁੱਲ ਜਾਣਾ ਜਾਂ ਲੱਸੀ ਡੁੱਲ ਜਾਣੀ, ਉਹਦੇ ਪਿੱਛੇ ਹੀ ਕੁੱਟ ਦੇਣਾ। ਤੇ ਜਾਣੀ ਕਿ ਬਸ ਜਦੋਂ ਵੀ ਕੋਈ ਮਾੜੀ ਮੋਟੀ ਕੋਈ ਹੋ ਜਾਂਦੀ ਹੈ, ਕੰਮ ਕਰਦਿਆਂ ਤੋਂ ਗਲਤੀ ਵੀ ਹੋ ਜਾਂਦੀ, ਕੋਈ ਚੀਜ਼ ਡੁੱਲ ਗਈ ਜਾਂ ਟੁੱਟ ਗਈ, ਮਾੜੀ ਜਿਹੀ ਗੱਲ ਫੜ ਲੈਣੀ, ਉਹਦੇ ਉੱਤੇ ਬਸ ਕੁੱਟਣਾ। ਹੋਰ ਕੋਈ ਵੱਡਾ ਕੋਈ ਕਸੂਰ ਨਹੀਂ ਸੀਗਾ, ਕੋਈ ਗਲਤੀ ਹੋਰ ਵੱਡੀ ਨਹੀਂ ਸੀਗੀ ਕੋਈ ਵੀ। ਪਰ ਜਦੋਂ ਕੁੱਟਣਾ ਉਦੋਂ ਬਾਅਦ 'ਚ ਇੱਕੋ ਹੀ ਗੱਲ ਬੋਲਣੀ ਕਿ ਆਪਣੇ ਘਰ ਦੇ ਵਿੱਚ ਕਾਸਰ ਹੈ, ਕੋਈ ਗੱਲ ਹੈ, ਕੋਈ ਭੂਤ ਪ੍ਰੇਤ ਹੈ। ਫੇਰ ਮੈਂ ਚੁੱਪ ਕਰ ਜਾਣਾ ਵੀ ਚਲੋ ਰੌਲਾ ਮਿਟਦਾ ਹੈ ਨਾ, ਕਿਵੇਂ ਵੀ ਮਿਟਦਾ। ਉਹਦੇ ਜੋਤਲਾ ਦੇ ਬਾਬੇ ਦੀ ਦੇਗ ਕਰਦੇ, ਫਲਾਨਾ ਕਰਦੇ, ਧਮਕਾ ਕਰਦੇ, ਜਾਣੀ ਕਿ ਉਹ ਉਲਟ ਚੱਕਰੀ ਘਮਾਉਣੀ, ਚੱਲੀ ਜਾਣਾ ਵੀ ਚੱਲ ਕੋਈ ਗੱਲ ਨਹੀਂ, ਜਿਵੇਂ ਚੱਲਦਾ ਜਿਵੇਂ ਘਰ ਵਸਦਾ ਉਵੇਂ ਸਿਆ। ਕਿਉਂਕਿ ਇੱਕ ਸੋਚ ਸੀ ਆਪਦਾ ਘਰ ਬਸਾਉਣ ਦੀ। ਨੰਬਰ 19 ਪਰ ਉੱਥੋਂ ਵਿਗੜਦਾ ਕੰਮ ਵਿਗੜ ਗਿਆ, ਕਿਉਂਕਿ ਜਦੋਂ ਵੀ ਜੀ ਕਰਨਾ ਚੱਕਣਾ ਝੋਲਾ ਗੁਰਦੁਆਰੇ ਵੱਜਣਾ। ਮੈਂ ਕਹਿਣਾ ਵੀ ਮੈਂ ਗੁਰਦੁਆਰੇ ਰਹਿ ਕੇ ਰਾਜੀ ਨਹੀਂ, ਹੁਣ ਆਪਣੇ ਕੋਲੇ 2 ਕਿੱਲੇ ਜ਼ਮੀਨ ਦੇ ਵੀ ਆ ਗਏ, ਸਹੁਰੇ ਨੇ ਵੰਡ ਕੇ ਦੇ ਤੇ, 8 ਸਾਲਾਂ ਬਾਅਦ ਦਿੱਤਾ ਵਾਹਣ ਵੰਡ ਕੇ, 8 ਸਾਲ ਅਸੀਂ ਲੰਘਾਏ ਪੂਰੇ ਗਰੀਬੀ ਦੇ। ਤੇ ਜਦੋਂ ਕਿਹਾ ਵੀ 8 ਸਾਲਾਂ ਬਾਅਦ ਹੁਣ ਵਾਹਣ ਆ ਗਿਆ ਤੇ ਹੁਣ ਆਪਾਂ ਘਰੇ ਚੱਲੀਏ, ਮੈਂ
ਕੇਰਾਂ ਤਾਂ ਅਸੀਂ ਆ ਗਏ, ਕਿਉਂਕਿ ਥੋੜਾ ਅਸੀਂ ਬਰਾਂਡਾ ਬਣਾਉਣਾ ਸੀ 2 ਕਮਰਿਆਂ ਦੇ ਮੂਹਰੇ, ਤੇ ਫਰਸ਼ ਫੁਰਸ਼ ਜਿਹਾ ਇੱਟਾਂ ਉੱਟਾਂ ਦਾ ਲਾਇਆ, ਮਾੜਾ ਮੋਟਾ ਲੋਟ ਜੇ ਕੀਤਾ। ਤੇ ਉਦੋਂ ਆ ਗਏ ਤੇ 6 ਮਹੀਨੇ ਅਸੀਂ ਘਰੇ ਰਹੇ। ਫੇਰ ਕਹਿੰਦਾ ਮੈਂ ਤਾਂ ਗੁਰਦੁਆਰੇ ਜਾਣਾ। ਮੈਂ ਕੱਲਾ ਵਗ ਜੂ, ਤੂੰ ਘਰੇ ਰਹੀ। ਮਾਂ ਚੱਲ ਠੀਕ ਹੈ। ਕੁਛ ਚਿਰ ਪਹਿਲਾਂ ਗੁਰਦੁਆਰੇ ਵਗ ਜਾਣਾ, ਬਾਅਦ ਚ ਮੈਨੂੰ ਕਹਿ ਦੇਣਾ ਆ ਗੁਰਦੁਆਰੇ, ਜੇ ਤੂੰ ਗੁਰਦੁਆਰੇ ਰਹੇਂਗੀ ਤਾਂ ਖਰਚਾ ਪਾਣੀ ਮਿਲੂ, ਨਹੀਂ ਜਮਾ ਨਹੀਂ ਮਿਲਦਾ। ਮੁੰਡੇ ਦੀ ਪੜ੍ਹਾਈ ਕੌਣ ਕਰਾਊ? ਮੁੰਡੇ ਨੂੰ ਬਾਹਰ ਦੀ ਬਾਹਰ ਹੀ ਲੈ ਜਾਣਾ ਸਕੂਲੋਂ, ਮੁੰਡੇ ਨੂੰ ਘਰੇ ਵੀ ਨਾ ਆਉਣ ਦੇਣਾ। ਮੁੰਡਾ ਵਿਚਾਰਾ ਨਿਆਣਾ ਸੀ, ਬੋਲ ਨਹੀਂ ਸੀ ਸਕਦਾ, ਉਹਨੂੰ ਸਕੂਲੋਂ ਚੱਕ ਕੇ ਲੈ ਜਾਣਾ। ਚਲੋ ਹੁੰਦੇ ਹੁੰਦੇ ਸਮਾਂ ਬਤੀਤ ਹੁੰਦਾ ਗਿਆ। ਉਸ ਸਮਾਂ ਰਿਹਾ ਕਰਨ ਕੱਲੇ। ਫਿਰ ਬਾਣੀਆਂ ਨੂੰ ਕਹਿ ਜਾ ਕਰੇ ਸੌਦਾ ਨਾ ਦੇਈ ਮੇਰੇ ਘਰ ਵਾਲੀ ਨੂੰ, ਜੇ ਲੈਣਾ ਉਧਾਰ, ਜੇ ਨਗਦ ਲਿਜਾਊ ਤਾਂ ਲੈ ਜੇ, ਉਧਾਰ ਨਾ ਦੇਈ, ਮੇਰੇ ਨਾਂ ਤੇ ਸੌਦਾ ਨਾ ਦੇ। ਆਸ ਗੁਆਂਢ ਚ ਕਹਿ ਦਿਆ ਕਰੇ ਮੇਰੇ ਘਰ ਵਾਲੀ ਨੂੰ ਦੁੱਧ ਪਾਣੀ ਨਾ ਦਿਓ, ਮੇਰੇ ਘਰ ਵਾਲੀ ਨੂੰ ਕੋਈ ਚੀਜ਼ ਨਾ ਦਿਓ, ਜੇ ਤੁਸੀਂ ਦੇਵੋਗੇ ਤਾਂ ਮੇਰਾ ਘਰ ਪੱਟ ਦਿਓ। ਜਮਾ ਸਾਰੇ ਪਾਸੇ ਬੰਦ ਕਰ ਜਾਣਾ। ਇੱਕ ਦਿਨ ਐਸਾ ਟਾਈਮ ਆਇਆ ਕਿ ਜਦੋਂ ਮੇਰੇ ਤੇ ਜਮੇ ਹੀ ਦਿਨ ਮਾੜੇ ਸ਼ੁਰੂ ਹੋ ਗਏ। ਘਰੋਂ ਵੀ ਕੋਈ ਚੀਜ਼ ਨਾ ਖਾਣ ਪੀਣ ਨੂੰ, ਤੇ ਬਾਹਰੋਂ ਵੀ ਬੰਦ ਕਰਾਤਾ। ਬੰਦ ਕਰਾਇਆ ਹੋਇਆ। ਮੈਂ ਪਹਿਲਾਂ ਪਹਿਲਾਂ ਜਿਹੜਾ ਪਿਆ ਸੀ ਭੋਰਾ ਕੋਈ, ਉਹ ਚੀਜ਼ਾਂ ਆਟਾ ਪਾਣੀ ਉਹ ਮੁੱਕ ਗਿਆ, ਰਸਤ ਮੁੱਕ ਗਈ ਸਾਰੀ। ਜਦੋਂ ਮੈਂ ਕਿਹਾ ਫੋਨ ਕਰਕੇ ਕਿਸੇ ਦੇ ਘਰੋਂ ਕਿ ਨਾ ਘਰੇ ਕੋਈ ਚੀਜ਼ ਹੈ, ਨਾ ਨੂਣ ਹੈ, ਨਾ ਮਿਰਚ ਹੈ, ਤੇ ਵੀ ਚੱਲ ਮੈਂ ਕਹਿ ਦਿਆਂ, ਤਾਂ ਫੋਨ ਬੰਦ, ਫੋਨ ਆਵੇ ਨਾ। ਇੱਕ ਇਹਨਾਂ 'ਚ ਵੱਡੀ ਖੂਬੀ ਇਹ ਆ ਕਿ ਫੋਨ ਬੰਦ ਉਹਦੀ ਕਰ ਲੈਂਦੇ ਸੀ। ਨੰਬਰ 20, ਇੱਕ ਫੋਨ, ਜੇ ਕੋਈ ਐਂ ਹੁੰਦਾ ਮੇਰੇ ਨਾਲ ਲੜਨਾ ਹੈ, ਮੇਰੇ ਨਾਲ ਰੁੱਸਣਾ ਹੈ, ਕਿਉਂ ਉਦੋਂ ਬਾਅਦ 'ਚ ਫੋਨ ਆ ਗਏ ਸੀਗੇ, ਜਦੋਂ ਮੋਬਾਈਲ ਆ ਗਏ ਸੀ ਉਦੋਂ ਦੀ ਗੱਲ ਹੈ। ਕਿਉਂ 8 ਸਾਲ ਉਹ ਲੰਘ ਗਏ, ਤੇ 4 ਸਾਲ ਹੋਰ ਆ ਲੰਘ ਗਏ, ਜਿਹੜੇ ਵਧੀਆ ਜਾਣੀ ਕਿ 4 ਪੈਸੇ ਆਉਣ ਲੱਗ ਗਏ ਸੀ। ਫਿਰ ਗੁਰਦੁਆਰਿਆਂ 'ਚ ਸੈੱਟ ਜੇ ਘਰੇ ਹੁੰਦੇ, ਮੈਂ ਕਿਸੇ ਦੇ ਘਰੇ ਜਾਣਾ, ਕਿਸੇ ਦੇ ਸੈੱਟ ਤੋਂ ਫੋਨ ਲਾਉਣਾ, ਤਾਂ ਉਹ ਫੋਨ ਮਤਲਬ ਚੱਕਦਾ ਨਾ। ਚੱਕਦਾ ਕੌਣ? ਜੇ ਇਹ ਚੱਲਦਾ ਹੋਵੇ ਫੋਨ, ਚੱਕੇ ਸੁਣੇ ਗੱਲ ਕਰੇ ਤਾਂ ਠੀਕ ਆ। ਜੇ ਅਗਲਾ ਕਹਿੰਦਾ ਭਾਈ ਤੇਰਾ ਫੋਨ ਆਇਆ ਹੋਇਆ ਚੱਕ ਲਾ, ਤਾਂ ਅਗਲੇ ਨੂੰ ਕਹਿੰਦਾ ਹਾਂ, ਤੇ ਆਪ ਕੱਟ ਕੇ ਤੁਰਿਆ ਹੁੰਦਾ ਵੀ ਹਾਂ ਮੇਰੀ ਗੱਲ ਹੋ ਗਈ, ਮੇਰੇ ਨਾਲ ਗੱਲ ਨਹੀਂ ਸੀ ਕਰਦਾ, ਵੀ ਆਪ ਹੀ ਅੱਕ ਕੇ ਆ ਜਾਊ। ਮੈਂ ਫੇਰ ਭੁੱਖੀ ਮਰਦੀ ਵਗ ਜਾਂਦੀ। ਫੇਰ ਮੈਂ ਜਦੋਂ ਕਈ ਵਾਰੀ ਮੇਰੇ ਨਾਲ ਇਹੀ ਗੱਲ, ਹਰ ਵਾਰੀ ਇਹੀ ਗੱਲ ਹੋਇਆ ਕਰੇ, ਹਰ ਵਾਰੀ ਇਹੀ ਗੱਲ ਹੋਇਆ ਕਰੇ। ਇੱਕ ਵਾਰੀ ਕੀ ਹੋਇਆ, ਤੇ ਜਦੋਂ ਸੌਦਾ ਵੀ ਰੋਕ ਗਿਆ ਤੇ ਸਾਰਾ ਕੁਝ ਬੰਦ ਕਰ ਗਿਆ, ਤੇ ਪੈਸਾ ਵੀ ਘਰੇ ਕੋਈ ਨਾ, ਤੇ ਮੁੰਡੇ ਨੂੰ ਵੀ ਬਾਹਰੋਂ ਹੀ ਲੈ ਗਿਆ। ਉਹ ਮਾਘ ਦੇ ਦਿਨ, ਉਹ ਮਾਘ ਦੇ ਦਿਨ, ਤੇ ਮੈਂ ਵੀ ਹਿੰਡ ਫੜ ਲਈ ਕਿ ਮੈਂ ਜਾਣਾ, ਨਾਲ ਨਹੀਂ ਜਾਣਾ, ਭੁੱਖੀ ਮਰ ਜਾਊ। 2 ਵਾਰਾਂ ਤਾਂ ਮੈਂ ਅਹੀਂ ਚੱਲਦੇ ਚੱਲਦੇ ਫਾਹਾ ਵੀ ਲਿਆ। ਇੱਕ ਵਾਰੀ ਫਾਹਾ ਤਾਂ ਲੈ ਮੈਂ ਫਰਵਾਹੀ, ਉਹ ਵੀ ਮੇਰਾ ਪੱਖਾ ਮਤਲਬ ਹੁੱਕ ਸੀ ਜਿਹੜੀ ਉਹ ਟੁੱਟ ਗਈ। ਚਲੋ ਹਜੇ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਹੋਰ ਪਿਆ ਸੀ ਦੇਖਣ, ਉਹ ਪ੍ਰਮਾਤਮਾ ਨੂੰ ਪਤਾ ਸੀ, ਮੈਨੂੰ ਪਤਾ ਨਹੀਂ ਸੀ। ਫਿਰ ਜਮੰਦਾ ਪਿੰਡੀ ਰਹਿੰਦੇ ਸੀ ਗੁਰਦੁਆਰੇ 'ਚ, ਉੱਥੇ ਵੀ ਜਦੋਂ ਮੇਰੇ ਨਾਲ ਲੜ ਪਿਆ, ਉੱਥੇ ਵੀ ਲੜਾਈ ਪੜਾਈ ਹੋਈ। ਮੈਂ ਘਰ ਆਉਣ ਵਾਸਤੇ ਕਹਿੰਦੀ ਸੀ, ਇਹ ਕਹਿੰਦਾ ਸੀ ਜੇ ਮੇਰੇ ਕੋਲ ਰੋਟੀ ਖਾਣੀ ਹੈ ਤਾਂ ਗੁਰਦੁਆਰੇ ਰਹਿਣਾ ਪਊਗਾ, ਜ਼ਬਰਦਸਤੀ ਗੁਰਦੁਆਰੇ ਰੱਖਦਾ ਸੀ। ਮੈਂ ਉੱਥੇ ਵੀ ਇਹੀ ਰਾਹ ਸੁੱਝਿਆ ਮੈਨੂੰ ਵੀ ਮੈਂ ਜੇ ਹੋਰ ਕਿਸੇ ਨੂੰ ਦੱਸਣ ਤੋਂ ਪਹਿਲਾਂ ਆਪਦੇ ਆਪ ਨੂੰ ਹੀ ਖਤਮ ਕਰ ਲੈ। ਮਨਾ ਅੱਕੀ ਹੋਈ ਸੀ ਮੈਂ ਆਪਦੀ ਚੁੰਨੀ ਨਾਲ। ਮੈਂ ਇਹ ਤਾਂ ਸੋਚਿਆ ਨਾ ਕਿ ਚੁੰਨੀਆਂ ਉਹ ਕਰੇਬ ਜਿਹੜੀਆਂ ਹੁੰਦੀਆਂ ਅੱਗੇ ਬੰਬਰ ਜੀ, ਵੀ ਇਹ ਪਾਟ ਜੂਗੀ। ਮੈਂ ਚੁੰਨੀ ਨਾਲ ਹੀ ਜਦੋਂ ਪਾਈ ਗੰਢ ਉੱਤੋਂ, ਤੇ ਉਹ ਮੇਰੀ ਚੁੰਨੀ ਟੁੱਟ ਗਈ, ਚੁੰਨੀ ਟੁੱਟ ਗਈ। ਚਲੋ ਮੈਂ ਮੁੜ ਕੇ ਫਿਰ ਦੁਬਾਰੇ ਮੇਰਾ ਉਹ ਕੇਰਾਂ, ਕਿਉਂ ਦਫ ਹੁੰਦਾ ਬੰਦੇ ਦਾ ਹਰਖਾ, ਦੁਬਾਰੇ ਆਪ ਮਰਨ ਨੂੰ ਤਾਂ ਜੀ ਕਿਸੇ ਦਾ ਨਹੀਂ ਕਰਦਾ, ਪਰ ਮੈਂ ਫੇਰ ਪਿੱਛੇ ਹਟ ਗਈ। ਫੇਰ ਖੋਲੀ ਔਖੀ ਸੌਖੀ ਨੇ ਚੁੰਨੀ, ਲਮਕ ਲੁਮਕ ਕੇ ਜਿਹੜੀ ਤਾਂ ਗੰਢ ਰਹਿ ਗਈ। ਚਲੋ ਕੁਛ ਸਮਾਂ ਫੇਰ ਲੰਘਿਆ ਕਿ ਮਨਾ ਖਬਰ ਲੋਟ ਹੋ ਜੇ ਜਾਂ ਐ ਹੋ ਜੇ। ਸੋਚੀ ਗਈ ਕੋਈ ਭੈਣ ਭਾਈ ਬਹਿ ਜਾ ਕਰੇ, ਸਮਝਾਉਣ ਲੱਗ ਜਾ ਕਰੇ ਕਿ ਨਹੀਂ ਕਰਨਾ, ਮਰਿਆ ਤੋਂ ਮਸਲੇ ਹੱਲ ਨਹੀਂ ਹੁੰਦੇ, ਐ ਨਹੀਂ ਹੁੰਦਾ, ਤੂੰ ਆਪਦੇ ਭਰਾ ਨੂੰ ਦੱਸ ਦੇ, ਆਪਦੇ ਪਿਓ ਨੂੰ ਦੱਸ ਦੇ।
ਮੈਂ ਕਿਆ ਕਰਾਂ ਅੜੀਏ, ਕਿਉਂ? ਮੈਂ ਤਾਂ ਦੁਖੀ ਹੈਗੀ ਆ, ਮੈਂ ਉਹਨਾਂ ਦੀ ਜਾਣ ਕਿਉਂ ਦੁਖੀ ਕਰਾਂ? ਫੇਰ ਗੱਲ ਉੱਥੇ ਆ ਕੇ ਖੜ ਜਾ ਕਰੇ ਕਿ ਲੋਕ ਕੀ ਹੈ, ਲੋਕ ਕਹਿਣਗੇ ਤਾਂ ਬੱਜੋ ਬੱਤਾ ਹੈ ਵਿਚਾਰਾ, ਇਹ ਤੀਵੀਂ ਹਰਾਮਣ ਹੈ। ਹਰਾਮਣ ਤਾਂ ਫਿਰ ਤੀਵੀਂ ਨੂੰ ਹੀ ਕਹਿੰਦੇ ਆ ਨਾ ਲੋਕ। ਇਹ ਐਂ ਕਰਦੀ ਹੋਊ, ਬਾਹ ਕਰਦੀ ਹੋਊ, 100 ਮੇਰੇ ਤੇ ਗੱਲਾਂ ਲੱਗਣਗੀਆਂ। ਆਪਦੇ ਆਪ ਨੂੰ ਮੈਂ ਗੱਲਾਂ ਤੋਂ ਬਚਾਉਂਦੀ ਹੋਈ ਅੰਦਰੋਂ ਅੰਦਰ ਹੀ ਸਹੀ ਗਈ ਸਾਰਾ ਕੁਛ ਸਮਾਂ। ਨਾਲੇ ਮੈਂ ਬੈਠ ਕੇ ਰੋਇਆ ਕਰਾਂ, ਕੱਲੀ ਬਹਿ ਜਾ ਕਰਾਂ। ਮੈਂ ਪਰੇ ਬਾੜੀ ਲਾਈ ਹੋਈ ਸੀ ਸਬਜ਼ੀ ਭਾਜੀ, ਮੈਂ ਉੱਥੇ ਜਾਇਆ ਕਰਾਂ। ਮੈਂ ਬੈਠ ਕੇ ਭੁੱਬਾਂ ਮਾਰ ਮਾਰ ਰੋਇਆ ਕਰਾਂ ਕਿ ਮਨਾ ਮੇਰੇ ਵਿਚੋਲਿਆਂ ਨੇ ਮੇਰੇ ਨਾਲ ਚੰਗੀ ਨਹੀਂ, ਰਾਜ ਦਾ ਦਿਖਾ ਕੇ ਸੁਪਨਾ ਆ ਕਿਹੜੀਆਂ ਮੈਥੋਂ ਭੀਖ ਮੰਗਾਤੀ ਇਹਨਾਂ ਨੇ, ਕੀ ਕੁਛ ਕਰਵਾਤਾ, ਕਿਉਂ ਇਹੋ ਜਿਹੇ ਦੇ ਮੈਨੂੰ ਲੜ ਲਾਤਾ, ਮੈਥੋਂ ਕੀ ਮਾੜਾ ਹੋਇਆ ਸੀ, ਕੀ ਮੈਂ ਵਿਚੋਲੇ ਦਾ ਚੱਕਿਆ ਸੀ, ਕੀ ਕਰਤਾ ਮੈਂ ਇਹਨਾਂ ਨਾਲ ਇਹੋ ਜਿਹਾ ਜਿਹੜਾ ਮੇਰੇ ਨਾਲ ਏਡਾ ਦਗਾ? ਕਾਹਦੀ ਖਾਤਰ? ਇੱਕ ਅੱਧੇ ਤੋਲੇ ਦੀ ਛਾਪ ਖਾਤਰ। ਰੋ ਰੂ ਕੇ ਆ ਜਾ ਕਰਾਂ ਮਨ ਹੌਲਾ ਕਰਕੇ। ਫੇਰ ਸੋਚਿਆ ਕਰਾਂ ਮਨਾ ਤੇਰੇ ਬਿਨਾ ਤੇਰਾ ਬੱਚਾ ਰੋ, ਇਹਨੇ ਤਾਂ ਬਿੰਗੀ ਡਿੱਡੀ ਹੋਰ ਲੈ ਆਉਣੀ ਹੈ ਕੋਈ, ਕਿਉਂਕਿ ਹੁਣ ਪੈਸਾ ਸੀਗਾ ਕੋਲੇ, 4 ਕਿੱਲੇ ਜ਼ਮੀਨ ਦੇ ਆ, ਪੌਣੇ 3 ਕਿੱਲੇ ਜ਼ਮੀਨ ਦੇ ਆ। ਬੱਚੇ ਦਾ ਕੀ ਹੈ, ਬੱਚਾ ਰੋ ਰੋ ਕੇ ਮਰ ਜੂ ਮਾਂ ਬਣਾ, ਕਿਉਂ ਮਨਾ? ਚੱਲ ਛੱਡ। ਹੁੰਦੇ ਕਰਦੇ ਮੈਂ ਫੇਰ ਹਿੰਡ ਫੜ ਲਈ ਕਿ ਵੀ ਮੈਂ ਤਾਂ ਭੁੱਖੀ ਮਰ ਜੂ, ਮੈਂ ਘਰੇ ਹੀ ਰਹੂੰ, ਮੈਂ ਕਿਸੇ ਗੁਰਦੁਆਰੇ ਨਹੀਂ। ਮੈਂ ਭਰਾਵੋ 20 ਦਿਨ ਨੰਬਰ 21 ਮੈਂ 20 ਦਿਨ ਆਪਦਾ ਜਿਹੜਾ ਆਟਾ ਪਾਣੀ ਖਤਮ ਹੋ ਗਿਆ ਸੀ, ਸੂੜੇ ਦੀਆਂ ਰੋਟੀਆਂ ਪਕਾ ਕੇ ਖਾਧੀ। ਸੂੜਾ ਮੁੱਕ ਗਿਆ, ਬੇਈਆਂ ਰੋਟੀਆਂ ਜਿਹੜੀਆਂ ਸਕਾਈਆਂ ਪਈਆਂ ਸੀ ਵੀ ਗਊਸ਼ਾਲਾ ਚ ਪਾਉਂਗੀ। ਆਪਾਂ ਘਰਾਂ ਦੇ ਵਿੱਚ ਇੱਕ ਹੁੰਦਾ ਵੀ ਜੇ ਬੇਈਆਂ ਰੋਟੀਆਂ ਨੇ ਤਾਂ ਆਪਾਂ ਸਕਾ ਕੇ ਇਕੱਠੀਆਂ ਕਰੀ ਜਾਂਦੇ, ਜਿੱਦੇ ਗਊਸ਼ਾਲਾ ਲਾਊਗਾ ਵੀ ਉਹ ਲੈ ਜਾਓ। ਤੇ ਉਹ ਰੋਟੀਆਂ ਮੇਰੀਆਂ ਪਈਆਂ ਤੀਆਂ ਹੈਗੀਆਂ ਤੀਆਂ 10-12 ਰੋਟੀਆਂ। ਮੈਂ ਉਹਨਾਂ ਚੋਂ ਫਿਰ ਦਿਮਾਗ ਨੇ ਕੰਮ ਕੀਤਾ ਕਿ ਮਨਾ ਸੂੜਾ ਵੀ ਮੁੱਕ ਗਿਆ, ਆਟਾ ਵੀ ਮੁੱਕ ਗਿਆ, ਹੁਣ ਕੀ ਖਾਵੇਂਗੀ? ਕਿ ਮਨਾ ਰੋਟੀਆਂ ਚੱਕ ਝਾੜ ਇਹਨਾਂ ਅੱਖਾਂ ਦੇ ਨਾਲ ਦੇਖ ਕੇ। ਇੱਕ ਕਹਿੰਦੇ ਨਾ ਮੱਖੀ ਨਹੀਂ ਨਿਗਲੀ ਜਾਂਦੀ, ਉਹ ਮੈਂ ਨਿਗਲੀ, ਮੈਂ ਨਿਗਲੀ ਹੈ। ਇੱਕ ਇਸੇ ਗੱਲ 'ਚ ਫਸ ਕੇ ਕਿ ਲੋਕ ਕੀ ਕਹਿਣਗੇ। ਕਰਨ ਨੂੰ ਬਹੁਤ ਕੁਛ ਕਰ ਸਕਦੀ ਸੀ, ਘਰ ਛੱਡ ਕੇ ਜਾ ਸਕਦੀ ਸੀ। ਇਹ ਦੁਨੀਆ ਬਹੁਤ ਵੱਡੀ ਹੈ, ਛੋਟੀ ਚੀਜ਼ ਨਹੀਂ ਹੈਗੀ। ਪਰ ਆਪਾਂ ਨੂੰ ਗੱਲ ਮਾਰਦੀ ਹੈ ਇੱਕ ਕਿ ਲੋਕ ਕੀ ਹੈ। ਇੱਥੇ ਉਸੇ ਗੱਲ ਨੇ ਮੇਰੀ ਜ਼ਿੰਦਗੀ ਤਬਾਹ ਕੀਤੀ ਕਿ ਲੋਕ ਕੀ ਕਹਿਣਗੇ। ਮੈਂ ਉਹ ਮੀਂਗਣਾ ਜਿਹੜੀਆਂ ਰੋਟੀਆਂ ਸੀ ਬੇਈਆਂ, ਚੂਹੀਆਂ ਦਾ ਮੂਤਿਆ ਹੋਇਆ, ਮੈਨੂੰ ਪਤਾ ਸੀ ਕਿ ਇਹਦੇ ਉੱਤੇ ਚੂਹੀ ਦਾ ਮੂਤਿਆ ਹੈ। ਚੂਹੀਆਂ ਦੀਆਂ ਮੀਂਗਣਾ ਮੈਂ ਆਪਦੇ ਹੱਥਾਂ ਨਾਲ ਲਾ ਕੇ ਰੋਟੀਆਂ ਝਾੜ ਕੇ ਧੋ ਕੇ ਉਹ ਰੋਟੀ ਮੈਂ ਇੱਕ ਇੱਕ ਕਰਕੇ ਟਾਈਮ ਟਪਾਇਆ, ਕਿਉਂਕਿ ਪੋਹ ਮਾਘ ਦੀਆਂ ਰਾਤਾਂ ਛੋਟੀਆਂ ਨਹੀਂ ਹੁੰਦੀਆਂ। ਪੋਹ ਮਾਘ ਦੀਆਂ ਰਾਤਾਂ ਦੇ ਵਿੱਚ ਮੈਂ ਟਾਈਮ ਟਪਾਇਆ ਇੱਕ ਰੋਟੀ ਨਾਲ, ਇੱਕ ਦਿਨ ਤੇ ਇੱਕ ਰਾਤ ਕੱਢਦੀ ਹੁੰਦੀ, ਤਾਂ ਮੈਂ 10-12 ਦਿਨ ਕੱਢੇ। ਮੈਂ ਸ਼ਾਮ ਨੂੰ ਖਾਣੀ ਰੋਟੀ, ਦਿਨੇ ਦਾ ਪਾਣੀ ਧਾਣੀ ਤੱਤਾ ਪਾਣੀ ਪੀ ਲੈਣਾ, ਰਾਤ ਨੂੰ ਵੀ ਉੱਠ ਉੱਠ ਪਾਣੀ ਪੀਂਦੀ ਕਿਉਂਕਿ ਖੋਹ ਪੈਂਦੀ ਸੀ। ਜਦੋਂ ਮੇਰੀਆਂ ਉਹ ਵੀ ਮੁੱਕ ਗਈਆਂ, 20 ਦਿਨ ਹੋ ਗਏ। 20 ਦਿਨਾਂ ਬਾਅਦ 22 ਦਿਨਾਂ ਬਾਅਦ 20-22 ਦਿਨ ਹੋ ਗਏ, ਜਦੋਂ ਮਨ 'ਚ ਸੋਚਦੀਆਂ ਬੈਠੀ ਕਿ ਮਨਾ ਫਲਾਨਿਆਂ ਦੇ ਟਿੰਡੇ ਕੱਢਣ ਵਾਲੇ ਪਏ, ਇਸ ਬੰਦੇ ਨੇ ਮੇਰੀ ਕੋਈ ਜਾਤ ਨਹੀਂ ਪੁੱਛੀ ਵੀ ਤੂੰ ਰੋਟੀ ਤੋਂ ਬਿਨਾਂ ਬੈਠੀ ਹੈ ਜਾਂ ਤੂੰ ਕੀ ਖਾਨੀ ਹੈ। ਬੰਦਾ ਉਹੀ ਹੈ ਜਿਹੜਾ ਕਹਿੰਦਾ ਸੀ ਜੇ ਘਿਓ ਡੁੱਲ ਗਿਆ ਤਾਂ ਕੀ ਹੋ ਗਿਆ, ਤੂੰ ਟੈਨਸ਼ਨ ਨਾ ਲੈ। ਬੰਦਾ ਉਹੀ ਅੱਜ ਸੀ ਜਿਹੜਾ ਬੰਦਾ ਭੁੱਖੀ ਭਾਣੀ ਛੱਡ ਕੇ ਗੁਰਦੁਆਰੇ ਬੈਠਾ ਸੀ, ਨਿਤਨੇਮੀ ਪੱਕਾ, 12-12 15-15 ਪਾਠ ਸੁਖਮਨੀ ਸਾਹਿਬ ਦੇ ਅੱਜ ਵੀ ਕਰਦਾ। ਇਸ ਟਾਈਮ ਵੀ ਸੁਖਮਨੀ ਸਾਹਿਬ ਦੇ ਪਾਠ 12-12 15-15 ਪਾਠ ਇਕੱਠੇ ਕਰਦਾ। ਪਰ ਮੈਂ ਕੁਛ ਨਹੀਂ ਕਹੂੰਗੀ ਇਦੋਂ ਵੱਧ ਕੇ, ਸਮਝਦਾਰ ਹੋ, ਆਪੀ ਹਿਸਾਬ ਲਾ ਲਓਗੇ।
ਨੰਬਰ 22। ਪਰ ਜਿਹੜੀ ਰੋਟੀ ਤੋਂ ਵੀ ਭੁੱਖੀ ਮਰਦੀ ਮੈਂ ਡੀਕ ਕਰ ਰਹੀ ਹਾਂ ਕਿ ਮਨਾਂ ਲੋਕਾਂ ਦੇ ਟਿੰਡੇ ਕੱਢਣ ਵਾਲੇ ਪਏ ਨੇ, ਜੇ ਮੈਨੂੰ ਹੀ ਕੋਈ ਸੱਦ ਲੈ ਮੈਂ ਚਾਹ ਹੀ ਪੀ ਲਾਂ, ਕਿਉਂਕਿ 1.5 ਮਹੀਨਾ ਹੋ ਗਿਆ ਸੀ ਚਾਹ ਪੀਤੀ। ਤੇ ਇਹ ਜਿਹੜੀ ਹਾਲਤ ਮੇਰੀ ਅੱਜ ਹੈ, ਸਰੀਰ ਮਤਲਬ ਚਿਹਰਾ ਅੱਜ ਹੈ, ਇਹ ਚਿਹਰਾ ਪਹਿਲਾਂ ਇਹੋ ਜਿਹਾ ਨਹੀਂ ਸੀ। ਕੁਛ ਲੋਕ ਮੈਨੂੰ ਜਾਣਦੇ ਆ ਜਿਹੜੇ ਦੇਖਣਗੇ ਵੀਡੀਓ ਦੇ ਵਿੱਚ ਕਿ ਪਹਿਲਾਂ ਕਿਹੋ ਜਿਹੀ ਸੀ ਕਿਰਨਪਾਲ, ਹੁਣ ਕਹੀ ਜੀ। ਪਰ ਜਦੋਂ ਮੈਨੂੰ ਆਈਏ ਮੁੜ ਕੇ ਆਪਾਂ ਉਸੇ ਗੱਲ ਤੇ ਟਿੰਡਿਆਂ ਦੇ ਵਿਚਾਰ ਕਰਨ ਲੱਗ ਗਏ ਕਿ ਫਲਾਨਿਆਂ ਦੇ ਟਿੰਡੇ ਪਏ ਨੇ, ਢਿਮਕੇ ਦੇ ਟਿੰਡੇ ਪਏ ਨੇ, ਜੇ ਮੈਨੂੰ ਸੱਦਣ ਤਾਂ ਮੈਂ ਵਗ ਜਾ ਕਢਾਉਣ। ਜੱਟ ਜ਼ਿਮੀਂਦਾਰਾਂ ਦੀ ਧੀ, ਐਡੇ ਘਰਾਣੇ ਘਰ ਦੀ ਧੀ, ਐਡੇ ਘਰਾਣੇ ਦੀ ਨੂੰਹ ਆਸ ਕਰਦੀ ਹੋਵੇ ਕਿ ਮੈਨੂੰ ਕੋਈ ਚਾਹ ਪੀਣ ਖਾਤਰ ਹੀ ਸੱਦ ਲਵੇ, ਚਾਹ ਪੀ ਜਾ। ਮੈਂ ਸੋਚੀ ਜਾਂਦੀ ਹਾਂ, ਪਰ ਰਜਾ ਨਾਲ, ਪ੍ਰਮਾਤਮਾ ਦੀ ਕਿਰਪਾ ਨਾਲ ਇੱਕ ਸਾਡੇ ਘਰਾਂ ਚੋਂ ਮਾਈ ਹੈ ਚਾਚੀ ਬਚਨ, ਉਹ ਆਉਂਦੀ ਆ। ਉਹ ਸਾਡੇ ਘਰ ਵਿੱਚ ਦੀ ਲਾਂਘਾ ਸੀ। ਅੱਗੇ ਸਾਡੇ ਦੂਜੇ ਪਰਿਵਾਰ ਦਾ, ਅੰਦਰੋਂ ਸਾਡਾ ਵਿਹੜਾ ਇੱਕ ਸੀ, ਬਾਹਰੋਂ 2 ਵਾਰ ਸੀ, ਕੰਧ ਨਹੀਂ ਸੀ ਸਾਂਝੀ ਕੱਢੀ ਸੀ, ਵਿਚਾਲ ਦੀ ਵਿਹੜਾ ਸਾਡਾ ਇੱਕੋ ਹੀ ਸੀ। ਮੇਰੇ ਬਾਰ ਵਿੱਚ ਦੀ ਆ ਕੇ ਮੇਰੇ ਕੋਲੇ, ਮੈਂ ਆਖਿਆ ਸਤਿ ਸ੍ਰੀ ਅਕਾਲ ਚਾਚੀ, ਕਹਿੰਦੀ ਸਤਿ ਸ੍ਰੀ ਅਕਾਲ ਪੁੱਤ, ਤੇ ਕਰ ਲੈ ਕੰਮ? ਹਾਂ ਚਾਚੀ ਕਰ ਲੈ। ਮੇਰੇ ਭਾਵੇਂ ਤਾਂ ਇਹ ਸੀ ਕਿ ਮੈਨੂੰ ਕਹੂਗੀ ਵੀ ਆ ਜਾ, ਨਹੀਂ ਤੂੰ 2 ਘੰਟੇ ਲਵਾਇਆ। ਜਦੋਂ ਹੁੰਦੀ ਹੈ ਗੱਲ, ਉਹ ਗਾਹਾਂ ਇੰਨੀ ਕੁ ਗੱਲ ਕਰਕੇ ਬੰਦਾ ਅੱਗੇ ਲੰਘ ਜਾਂਦੀ, ਅੱਗੇ ਲੰਘ ਜਾਂਦੀ ਹੈ। ਤੇ ਉੱਥੇ ਜਾ ਕੇ ਉਹਨਾਂ ਨੂੰ ਪੁੱਛਿਆ ਕਿ ਟਿੰਡੇ ਕਢਾ ਦਿਓ। ਉਹਨਾਂ ਨੇ ਮਤਲਬ ਇਹ ਕਹਿਤਾ ਕਿ ਅਸੀਂ ਤਾਂ ਟਿੰਡੇ ਕੱਢ ਲਏ, ਹੁਣ ਅਸੀਂ ਬੀੜੀ ਤੇ ਟਿੰਡੇ ਕੱਢਦੇ। ਮੈਂ ਆਪਦੇ ਮਨ 'ਚ ਕਹੀ ਜਾਂਦੀ ਕਿ ਮੈਨੂੰ ਕਹਿ ਦਿੰਦੀ ਟਿੰਡੇ ਕੱਢਣ ਨੂੰ, ਮੈਂ ਵਗ ਜਾਂਦੀ, ਨਹੀਂ ਮੈਂ ਰੋਟੀ ਖਾ ਜਾਂਦੀ, ਨਹੀਂ ਚਾਹ। ਕਿਉਂਕਿ ਜਿਹੜੀ ਅੰਦਰ ਲੱਗੀ ਹੋਈ ਸੀ ਖੋ, ਕਾਲਜਾ ਖੁੱਸਦਾ ਸੀ। 22 ਦਿਨ ਹੋ ਗਏ ਸੀ ਅੰਦਰ ਅੰਨ ਪਾਣੀ ਗਏ ਨੂੰ। ਨੰਬਰ 23, ਕਹਿੰਦੀ ਮੈਂ ਲਈ ਆਪਣੇ ਪਸੰਦ ਦੀ ਚਾਹ ਕਰਕੇ, ਜੇ ਤਾਂ ਪੀਵੇਂਗੀ ਫਿੱਕੀ, ਥੋੜਾ ਜਿਹਾ ਮਿੱਠਾ ਪਾਇਆ, ਮੈਂ ਬਾਹਲਾ ਨਹੀਂ ਪਾਇਆ, ਤਾਂ ਆਏਗੀ। ਜੇ ਵੱਧ ਮਿੱਠੇ ਵਾਲੀ ਪੀਣੀ ਹੈ ਭਈ ਤੇਰੀਆਂ ਦਰਾਣੀਆਂ ਲੈ ਕੇ ਆਉਣਗੀਆਂ। ਮੈਂ ਆਖਿਆ ਨਹੀਂ, ਕਿਉਂ ਅੰਦਰ ਤਾਂ ਮੇਰੀ ਭੁੱਖ ਸੀਗੀ ਪੂਰੀ, ਢਿੱਡ ਤਾਂ ਨਾੜੀਆਂ ਬੋਲਦੀਆਂ ਤੀਆਂ, ਕੁਰੜ ਕੁਰੜ ਕਰਦੀਆਂ ਤੀਆਂ। ਤੇ ਮੈਂ ਆਖਿਆ ਨਹੀਂ ਮੈਨੂੰ ਕੋਈ ਮਿੱਠੇ ਦਾ ਨਹੀਂ ਚਾਚੀ, ਥੋੜੀ ਜਿਹੀ ਘੁੱਟ ਕੇ ਇਸੇ 'ਚ ਹੀ ਪਾ ਦੇ। ਤੇ ਉਹ ਮੈਨੂੰ ਚਾਹ ਪਾਵੇ, ਨਾਲੇ ਮੈਂ ਪਰੇ ਮੂੰਹ ਕਰਾਂ ਕਿ ਬਾਟੀ ਭਰ ਦੇਵੇ। ਜਿਹੜਾ ਢਿੱਡ ਹੈ ਨਾ, ਢਿੱਡ ਕਾਰੇ ਕਰਾਉਂਦਾ ਬੰਦੇ। ਪਰ ਉਹਦੇ ਮੇਰੀ ਐਡੀ ਆਪ ਨੂੰ ਮੈਂ ਬੇਸ਼ਰਮ ਕੀਤਾ, ਜਾਣ ਬੁੱਝ ਕੇ ਮੈਂ ਪਰੇ ਝਾਕਣ ਲੱਗ ਗਈ ਵੀ ਮੈਨੂੰ ਬਾਟੀ ਭਰ ਦੇਵੇ ਚਾਹ ਦੀ। ਉਹਨੇ ਮੈਨੂੰ ਬਾਟੀ ਭਰੀ ਦੁੱਧ ਦੀ, ਦੁੱਧ ਸੀ ਉਹਦੇ ਕੋਲ, ਚਾਹ ਨਹੀਂ ਸੀ। ਜਦੋਂ ਮੈਂ ਦੇਖਿਆ ਇਹ ਵੀ ਦੁੱਧ ਹੈ, ਆਪਦੇ ਮਨ ਨੂੰ ਐਂ ਹੋ ਗਿਆ ਵੀ ਮੇਰਾ ਢਿੱਡ ਭਰ ਜੂ, ਮੈਂ ਰੱਜ ਲੂੰ। ਮੈਂ ਚੱਕੀ ਬਾਟੀ, ਤੱਤੀ ਤੱਤੀ ਪੀ, ਕਿਉਂਕਿ ਭੁੱਖ ਲੱਗੀ ਹੋਈ ਸੀ, 22 ਦਿਨਾਂ ਤੋਂ ਮਿਲੀ ਸੀ ਖਾਣ ਪੀਣ ਨੂੰ ਚੀਜ਼। ਕੱਲਾ ਸਿਰਫ ਇੱਕ ਨੂਣ ਸੀ ਜਾਂ ਗੈਸ ਸੀ ਸਾਡੇ ਘਰੇ, ਨੂਣ ਪਾਣੀ 'ਚ ਪਾ ਕੇ ਪੀ ਲੈਂਦੀ ਸੀ ਤਾਂ ਮਾੜਾ ਜਿਹਾ ਢਿੱਡ ਟਿਕ ਜਾਂਦਾ ਸੀ। ਜਦੋਂ ਮੈਂ ਉਹ ਚਾਹ ਪੀਤੀ, ਮੈਂ ਬਾਟੀ ਉਵੇਂ ਜਿਵੇਂ ਰੱਖਤੀ, ਉਹ 'ਚ ਮੈਂ ਕੋਈ ਰੇਤਾ ਨਹੀਂ ਪਾਇਆ, ਕੁਛ ਨਹੀਂ ਕਰਿਆ, ਪਰੇ ਰੱਖਤੀ। ਉਹਨੇ ਸਾਡੀ ਚਾਚੀ ਨੇ ਚੁੱਪ ਕਰਕੇ ਦੁਬਾਰੇ ਉਸੇ ਬਾਟੀ ਦੇ ਵਿੱਚ ਹੋਰ ਦੁੱਧ ਪਾਤਾ। ਜਦੋਂ ਹੋਰ ਦੁੱਧ ਪਾਇਆ, ਮੈਂ ਆਖਿਆ ਹਾਏ ਚਾਚੀ ਕਿਉਂ ਪਾਤਾ ਇੰਨਾ, ਤਾਂ ਮੈਂ ਇਹ ਤਾਂ ਜੂਠੀ ਬਾਟੀ ਸੀ, ਹੁਣ ਕਿਵੇਂ ਕਰਾਂ? ਕਹਿੰਦੀ ਪੀਲੇ ਪੀਲੇ ਚੁੱਪ ਕਰਕੇ। ਉਹਨੇ ਮੈਨੂੰ 2-4 ਨਾ ਪ੍ਰੇਮ ਦੀਆਂ ਗਾਲਾਂ ਜੀਆਂ ਕੱਢੀਆਂ, ਨਪੁੱਤੀ ਦੀ ਧੀ ਕਰਦੀ ਕੀ ਹੈ, ਪੀਲੇ ਪੀਲੇ। ਮੈਂ ਆਖਿਆ ਨਹੀਂ ਚਾਚੀ ਮੈਂ ਤਾਂ ਪੀਣਾ ਨਹੀਂ ਸੀ। ਤੂੰ ਪੀਲੇ, ਲੱਸਣ ਨਾ ਕਰ, ਪੀ, ਤੇਰੇ ਵਰਗੀਆਂ ਤਾਂ ਬਾਲਟੀ ਬਾਲਟੀ ਪੀ ਜਾਣ, ਉਹ ਚੌੜ ਜੀ ਲੱਗੀ ਕਰ, ਪੀਲੇ ਪੀਲੇ, ਕੁਛ ਨਹੀਂ ਤਾਂ ਪੀ ਲੇਗੀ, ਤੇ ਐਡੀ ਦੇ ਹੈ। ਮੈਂ ਆਖਿਆ ਚੱਲ